ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਜਿਹੜਾ ਆਕਰਸ਼ਣ ਹੈ ਉਹ ਮੁੰਡਿਆਂ ਵੱਲ ਹੈ, ਤਦ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਮੈਂ ਗੇ ਹਾਂ। ਸਕੂਲ ਦੇ ਵਿੱਚ ਮੈਨੂੰ ਤਰ੍ਹਾਂ ਤਰ੍ਹਾਂ ਦੇ ਨਾਂ ਨਾਲ ਬੁਲਾਇਆ ਜਾਂਦਾ ਸੀ, ਕੁੜੀਆਂ ਵਰਗਾ ਮੁੰਡਾ, ਗਾਂਡੂ, ਟੈਂਪੂ। ਮੈਂ ਕਿੱਥੇ ਜਾਂਦਾ? ਤੇ ਜਦੋਂ ਸ਼ਰੀਕਾਂ ਨੂੰ ਪਤਾ ਲੱਗਣਾ ਕਿ ਮੈਂ ਆ ਰਿਹਾ, ਉਹਨਾਂ ਨੇ ਮੇਰਾ ਰਸਤਾ ਰੋਕ ਲੈਣਾ, ਕਹਿੰਦੇ ਚੀਮੇ ਕਾਰਨਰ 'ਚ ਆ ਜਾ। ਉਸੇ ਦੌਰਾਨ ਮੈਨੂੰ ਕਦੇ ਪਟਿਆਂ ਨਾਲ ਕੁੱਟਿਆ ਜਾਣਾ, ਕਦੇ ਡਾਂਗਾਂ ਨਾਲ ਕੁੱਟਿਆ ਜਾਣਾ, ਕਦੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਜਾਣਾ। ਜਦੋਂ ਮੇਰੇ ਤਾਇਆ ਤਾਈ ਜੀ ਨੂੰ ਇਸ ਰਿਲੇਸ਼ਨਸ਼ਿਪ ਬਾਰੇ ਪਤਾ ਲੱਗਾ, ਉਹਨਾਂ ਨੇ ਉਸੇ ਵੇਲੇ ਦਨਾਲੀ ਕੱਢ ਲਈ ਮੈਨੂੰ ਮਾਰਨ ਵਾਸਤੇ। नॉक नॉक, जॉब ढूंढ रहे हो तो फ्रेशर्स और 2021 में ग्रेजुएट होने वाले सभी स्टूडेंट्स ध्यान दें। अब रेज्यूमे से नहीं, काबिलियत से जॉब मिलेगी। और इसके बारे में और जानने के लिए ये जोश टॉक्स एंड तक देखें या फिर कमेंट्स में दिए गए लिंक पे क्लिक करें। ਤੇਰਾ ਕੀ ਬਣੂ ਭੋਲਿਆ ਪੰਛੀਆ ਵੇ, ਰੱਬ ਹੋ ਗਿਆ ਵੱਲ ਸ਼ਿਕਾਰੀਆਂ ਦੇ। ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰੂ ਜੋ ਉੱਗ ਪਏ ਬਾਹਰ ਕਿਆਰੀਆਂ ਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈਗਾ ਇਕਬਾਲ ਸਿੰਘ ਚੀਮਾ ਤੇ ਮੈਂ ਇੰਗਲੈਂਡ ਲੰਡਨ ਦੇ ਵਿੱਚ ਇੱਕ LGBTQ ਐਕਟਿਵਿਸਟ ਹਾਂ। ਹੁਣ ਜਿਵੇਂ ਤੁਸੀਂ LGBTQ ਐਕਟਿਵਿਸਟ ਤੋਂ ਪਛਾਣ ਹੀ ਗਏ ਹੋਵੋਗੇ ਕਿ ਮੈਂ ਇੱਕ ਗੇ ਆਦਮੀ ਹਾਂ ਜਿਹਦਾ ਇੰਟਰਸਟ ਸਿਰਫ ਮੁੰਡਿਆਂ ਦੇ ਵਿੱਚ ਹੈ। ਤੇ ਅੱਜ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੇ ਉਹ ਵਰਕੇ ਫੁੱਲਣ ਜਾ ਰਿਹਾ ਜੋ ਮੈਂ ਰੱਬ ਤੋਂ ਦੁਆ ਕਰਨਾ ਕਿ ਰੱਬ ਕਿਸੇ ਦੁਸ਼ਮਣ ਦੀ ਕਿਤਾਬ ਵਿੱਚ ਵੀ ਨਾ ਲਿਖੇ। ਜਦੋਂ ਮੈਂ 6 ਸਾਲ ਦਾ ਸੀ, 6 ਸਾਲ ਦੀ ਉਮਰ 'ਚ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਉਸ 6 ਸਾਲ ਦੇ ਬੱਚੇ ਦੇ ਕੀ ਬੀਤੀ ਹੋਏਗੀ ਜਦੋਂ ਉਸਨੇ ਆਪਣੇ ਪਿਤਾ ਦੀ ਮ੍ਰਿਤਕ ਤੇ ਆਪਣੇ ਅੱਖਾਂ ਨਾਲ ਦੇਖੀ। ਜਦੋਂ ਵੀ ਮੈਨੂੰ ਉਹ ਦਿਨ ਯਾਦ ਆਉਂਦਾ ਹੈ, ਮੇਰੀ ਰੂਹ ਕੰਬ ਜਾਂਦੀ ਹੈ। ਮੇਰੇ ਡੈਡ ਦੀ ਮੌਤ ਤੋਂ ਬਾਅਦ ਮੈਨੂੰ ਇੰਡੀਆ ਛੱਡ ਦਿੱਤਾ ਗਿਆ ਕਿਉਂਕਿ ਮੇਰੇ ਡੈਡ ਚਾਹੁੰਦੇ ਸਨ ਕਿ ਮੈਂ ਪੰਜਾਬੀ ਸੱਭਿਆਚਾਰ ਨਾਲ ਜੁੜਾਂ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੰਡੀਆ ਆਉਣ ਤੋਂ ਬਾਅਦ ਮੋਮ ਨੇ ਮੇਰੇ ਡੈਡ ਦੇ ਸਾਰੇ ਇੰਸ਼ੋਰੈਂਸ ਦੇ ਪੈਸੇ ਇਹਨਾਂ ਨੂੰ ਭੇਜਣੇ ਸ਼ੁਰੂ ਕਰਤੇ। ਹੌਲੀ ਹੌਲੀ ਇਹਨਾਂ ਨੇ ਕੋਠੀਆਂ ਵੀ ਪਾਉਣੀਆਂ ਸ਼ੁਰੂ ਕਰਤੀਆਂ, ਬੰਗਲੇ ਖੜੇ ਕਰਤੇ ਤੇ ਮੇਰੀ ਮਾਂ ਉਨੀ ਦੇਰ ਤੱਕ ਇਹਨਾਂ ਦੀ ਨਜ਼ਰਾਂ 'ਚ ਚੰਗੀ ਸੀ ਜਦੋਂ ਇਹਨਾਂ ਨੂੰ ਪੈਸੇ ਭੇਜਦੀ ਰਹੀ। ਪਰ ਜਦੋਂ ਇੰਸ਼ੋਰੈਂਸ ਦੇ ਪੈਸੇ ਆਣੇ ਬੰਦ ਹੋ ਗਏ ਤੇ ਇਹਨਾਂ ਨੇ ਆਪਣੇ ਅਸਲੀ ਰੰਗ ਵਿਖਾਣੇ ਸ਼ੁਰੂ ਕਰਤੇ। ਅਸਲੀ ਰੰਗ ਤੋਂ ਭਾਵ ਮਹਿਜ ਮੈਂ 11 ਸਾਲ ਦਾ ਹੀ ਸੀ ਜਦੋਂ 1999 ਵਿੱਚ ਮੈਨੂੰ ਮੇਰੀ ਮਾਂ ਕੋਲੋਂ ਵਿਛੋੜ ਦਿੱਤਾ ਗਿਆ। ਹਜੇ ਮੈਂ ਇੱਕ ਸਦਮੇ ਤੋਂ ਉੱਭਰਿਆ ਨਹੀਂ ਸੀ ਕਿ ਇਸ ਦੂਜੇ ਸਦਮੇ ਨੇ ਮੈਨੂੰ ਚਕਨਾਚੂਰ ਕਰ ਦਿੱਤਾ। ਜਦੋਂ ਵੀ ਮੈਂ ਆਪਣੀ ਮਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦਾ ਜਾਂ ਚਿੱਠੀ ਪਾਉਣ ਦੀ ਕੋਸ਼ਿਸ਼ ਕਰਦਾ, ਮੈਨੂੰ ਉਦੋਂ ਹੀ ਬੜੀ ਕੁੱਟਮਾਰ ਕੀਤੀ ਜਾਂਦੀ ਸੀ। ਜਦੋਂ ਮੈਂ ਉਹਨਾਂ ਦੇ ਨਿਆਣਿਆਂ ਨਾਲੋਂ ਵੱਧ ਨੰਬਰ ਲੈ ਕੇ ਆ ਜਾਂਦਾ, ਤਾਇਆ ਜੀ ਨੇ ਸ਼ਰਾਬ ਨਾਲ ਰੱਜ ਕੇ ਘਰ ਆ ਜਾਣਾ ਤੇ ਤਾਈ ਨੇ ਸਾਨੂੰ ਕੁੱਟਣਾ ਤੇ ਨਾਲ ਸਾਨੂੰ ਮਿਹਣੇ ਮਾਰਨੇ ਕਿ ਜਦੋਂ ਵੀ ਅਸੀਂ ਸਕੂਲ ਜਾਂਦੇ ਹਾਂ ਲੋਕੀ ਸਿਰਫ ਤੁਹਾਡੀਆਂ ਤਾਰੀਫਾਂ ਕਰਦੇ ਨੇ, ਸਾਡੀਆਂ ਕਿਉਂ ਨਹੀਂ। ਹੌਲੀ ਹੌਲੀ ਵਰੇ ਬੀਤਦੇ ਗਏ, ਮਹੀਨੇ ਬੀਤਦੇ ਗਏ। ਮੈਂ 13 ਸਾਲ ਦਾ ਸੀ ਜਦੋਂ ਮੈਂ ਇੱਕ ਅਜਿਹੇ ਮੋੜ 'ਤੇ ਸੀ ਜਿੱਥੇ ਮੈਂ ਆਪਣੀ ਸੈਕਸ਼ੁਅਲਿਟੀ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ ਹੋ ਗਿਆ। ਮੈਨੂੰ ਸਮਝ ਨਹੀਂ ਸੀ ਲੱਗ ਰਿਹਾ ਕਿ ਮੈਨੂੰ ਮੁੰਡੇ ਪਸੰਦ ਨੇ ਕਿ ਕੁੜੀਆਂ ਪਸੰਦ ਨੇ। ਹੌਲੀ ਹੌਲੀ ਉਸੇ 13 ਸਾਲ ਦੇ ਦੌਰਾਨ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਜਿਹੜਾ ਆਕਰਸ਼ਣ ਹੈ ਉਹ ਮੁੰਡਿਆਂ ਵੱਲ ਹੈ, ਤਦ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਮੈਂ ਗੇ ਹਾਂ। ਸ਼ੁਰੂ ਤੋਂ ਮੈਂ ਜਦ ਵੱਡਾ ਵੀ ਹੁੰਦਾ ਜਾ ਰਿਹਾ ਸੀ, ਮੇਰੀਆਂ ਆਦਤਾਂ ਬਿਲਕੁਲ ਕੁੜੀਆਂ ਵਰਗੀਆਂ ਸਨ। ਰਸੋਈ ਦੇ ਕੰਮ ਕਰਨਾ, ਕੁੜੀਆਂ ਵਾਲੇ ਸੂਟ ਪਾ ਕੇ ਡਾਂਸ ਕਰਨਾ। ਹੌਲੀ ਹੌਲੀ ਜਦੋਂ ਮੈਂ ਇਹ ਸੈਲਫ ਡਿਸਕਵਰੀ ਕੀਤੀ, ਸਕੂਲ ਤੇ ਜਿਵੇਂ ਮੇਰੇ ਵਾਸਤੇ ਜੇਲ੍ਹ ਹੀ ਬਣ ਗਈ। ਸਕੂਲ ਦੇ ਵਿੱਚ ਮੈਨੂੰ ਤਰ੍ਹਾਂ ਤਰ੍ਹਾਂ ਦੇ ਨਾਂ ਨਾਲ ਬੁਲਾਇਆ ਜਾਂਦਾ ਸੀ, ਕੁੜੀਆਂ ਵਰਗਾ ਮੁੰਡਾ, ਗਾਂਡੂ, ਟੈਂਪੂ। ਮੈਂ ਕਿੱਥੇ ਜਾਂਦਾ? ਸਕੂਲ ਤੋਂ ਜਦੋਂ ਮੈਂ ਵਾਪਸ ਸਾਈਕਲ 'ਤੇ ਆਉਂਦਾ ਹੁੰਦਾ ਸੀ ਕਿਉਂਕਿ ਉਸ ਟਾਈਮ 'ਤੇ ਬੱਸਾਂ ਵੈਨਾਂ ਬਹੁਤ ਘੱਟ ਚੱਲਦੀਆਂ ਸਨ, ਤੇ ਜਦੋਂ ਸ਼ਰੀਕਾਂ ਨੂੰ ਪਤਾ ਲੱਗਣਾ ਕਿ ਮੈਂ ਆ ਰਿਹਾ, ਉਹਨਾਂ ਨੇ ਮੇਰਾ ਰਸਤਾ ਰੋਕ ਲੈਣਾ, ਕਹਿੰਦੇ ਚੀਮੇ ਕਾਰਨਰ 'ਚ ਆ ਜਾ। ਨਾ ਸਕੂਲ ਮੇਰੇ ਵਾਸਤੇ ਚੰਗਾ ਸਾਬਤ ਹੋਇਆ, ਨਾ ਸ਼ਰੀਕੇ ਤੇ ਨਾ ਮੇਰੇ ਘਰ ਦੇ। ਤੇ ਜਦੋਂ ਮੇਰੇ ਘਰਦਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੇਰੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ, ਸਗੋਂ ਉਹਨਾਂ ਨੂੰ ਕਹਿਣ ਦੀ ਬਜਾਏ ਉਹਨਾਂ ਨੇ ਮੈਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਵਾਹਿਗੁਰੂ ਦੇ ਅੱਗੇ ਬਹਿ ਕੇ ਇਹੀ ਅਰਦਾਸ ਕਰਦਾ ਕਿ ਰੱਬਾ ਮੇਰੇ ਤੋਂ ਕੀ ਗਲਤੀ ਹੋ ਗਈ, ਮੈਂ ਕਿਸੇ ਦਾ ਕੀ ਵਿਗਾੜਿਆ। ਤੇ ਜਦੋਂ ਮੈਨੂੰ ਕੁੱਟ ਪੈਂਦੀ ਹੁੰਦੀ ਸੀ,
ਉਸੇ ਦੌਰਾਨ ਮੈਨੂੰ ਕਦੇ ਪਟਿਆਂ ਨਾਲ ਕੁੱਟਿਆ ਜਾਣਾ, ਕਦੇ ਡਾਂਗਾਂ ਨਾਲ ਕੁੱਟਿਆ ਜਾਣਾ, ਕਦੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਜਾਣਾ, ਜਿਸ ਕਰਕੇ ਮੇਰੀ ਪੜ੍ਹਾਈ ਪੂਰੀ ਤੇ ਹੋ ਗਈ, ਪਰ ਮੈਂ ਸਿਰਫ +2 ਹੀ ਕੀਤੀ। +2 ਮੇਰੀ ਕੰਪਲੀਟ ਹੋ ਗਈ, ਪਰ ਜਦ ਵੀ ਮੈਂ ਉਸ ਜੇਲ੍ਹ ਵਿੱਚੋਂ ਯਾਨੀ ਕਿ ਨਰਕ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਮੈਨੂੰ ਹੋਰ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਘਰੋਂ ਤੇ ਬਾਹਰ ਨਿਕਲਣ ਦੀ ਮੈਨੂੰ ਇਜਾਜ਼ਤ ਹੀ ਨਹੀਂ ਸੀ ਹੈਗੀ। ਜਦੋਂ ਮੈਂ +2 ਤੋਂ ਬਾਅਦ ਹਾਇਰ ਸਟੱਡੀਜ਼ ਵਾਸਤੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਕਿਹਾ ਜਾਂਦਾ ਸੀ ਕਿ ਤੂੰ ਸਾਡਾ ਨਾਂ ਬਦਨਾਮ ਕਰੇਗਾ ਕਿਉਂਕਿ ਤੂੰ ਗੇ ਹੈ, ਤੂੰ ਬਾਹਰ ਜਾ ਕੇ ਆਹ ਕੰਮ ਕਰੇਗਾ, ਉਹ ਕੰਮ ਕਰੇਗਾ, ਵਗੈਰਾ ਵਗੈਰਾ। ਮੈਂ ਇੱਕ ਟਾਈਮ ਤੇ ਹਿੰਮਤ ਹਾਰ ਗਿਆ, ਮੈਨੂੰ ਕੁਛ ਨਹੀਂ ਸੀ ਸੋਚ ਰਿਹਾ ਮੈਂ ਕੀ ਕਰਾਂ। ਫਿਰ ਜਦੋਂ ਸਿਆਣੇ ਕਹਿੰਦੇ ਨੇ ਨਾ ਕਿ ਜਦੋਂ ਵਾਹਿਗੁਰੂ ਤੁਹਾਡੇ ਨਾਲ ਹੋਵੇ ਤਾਂ ਤੁਹਾਡਾ ਕੋਈ ਬਾਲ ਨਹੀਂ ਬਾਂਕਾ ਕਰ ਸਕਦਾ, ਤੇ ਉਸ ਵਾਹਿਗੁਰੂ ਨੇ ਮੈਨੂੰ ਇੱਕ ਸੁਨਹਿਰੀ ਕਿਰਨ ਦਿਖਾਈ। ਤੁਹਾਡੇ 'ਚ ਬਹੁਤ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੋਏਗੀ ਕਿ ਜੇ ਤੁਸੀਂ ਬ੍ਰਿਟਿਸ਼ ਹੋ, ਜੇ ਤੁਸੀਂ ਇੰਗਲੈਂਡ ਦੇ ਜੰਪਾਲ ਹੋ, ਤੁਸੀਂ 140 ਕੰਟਰੀਜ਼ ਵਿੱਚ ਵਿਦਆਊਟ ਵੀਜ਼ਾ ਜਾ ਸਕਦੇ ਹੋ। ਤੇ ਮੈਨੂੰ ਇਹ ਜਿਹੜੀ ਇੱਕ ਕਿਰਨ ਸੀ ਜਦੋਂ ਦਿਖਾਈ ਦਿੱਤੀ, ਮੈਂ ਆਪਣਾ ਮਨ ਬਣਾ ਲਿਆ ਕਿ ਮੈਂ ਇਸ ਨਰਕ 'ਚੋਂ ਨਿਕਲਾਂ। ਮੈਂ ਜਿਵੇਂ ਤਿਵੇਂ ਹਿੰਮਤ ਕਰਕੇ ਕੈਨੇਡਾ ਚਲਾ ਗਿਆ। ਕੈਨੇਡਾ ਜਦੋਂ ਗਿਆ, ਮੈਨੂੰ ਕੀ ਪਤਾ ਸੀ ਇੱਕ ਹੋਰ ਮੁਸ਼ਕਿਲ ਮੇਰਾ ਸਾਹਮਣਾ ਕਰ ਰਹੀ ਹੈ। ਮੇਰੇ ਤਾਇਆ ਤਾਈ ਜੀ ਦੀ ਲੜਕੀ ਆਲਰੇਡੀ ਕੈਨੇਡਾ ਸੀ, ਤੇ ਮੈਨੂੰ ਕੀ ਪਤਾ ਸੀ ਕਿ ਮੈਨੂੰ ਵੀ ਉੱਥੇ ਸ਼ਤਰੰਜ ਦੇ ਪਿਆਦੇ ਵਾਂਗੂ ਇਸਤੇਮਾਲ ਕੀਤਾ ਜਾਏਗਾ ਮੇਰਾ। ਮੈਂ ਉੱਥੇ ਇਲੀਗਲ ਕੰਮ ਕਰਕੇ ਆਪਣੇ ਤਾਇਆ ਜੀ ਦੀ ਲੜਕੀ ਦੀਆਂ ਫੀਸਾਂ ਭਰਦਾ ਗਿਆ। ਕੰਮ ਕਰਨ ਦੇ ਦੌਰਾਨ ਮੇਰਾ ਰਿਲੇਸ਼ਨਸ਼ਿਪ ਜੋ ਸੀ ਇੱਕ ਉੱਥੇ ਗੋਰੇ ਦੇ ਨਾਲ ਹੋ ਗਿਆ। ਮੈਨੂੰ ਉਹਦੇ ਨਾਲ ਪਿਆਰ ਹੋਇਆ, ਰਿਲੇਸ਼ਨਸ਼ਿਪ ਚੱਲਿਆ, ਉਹ ਵੀ 3 ਸਾਲ। ਇਸ ਗੱਲ ਦੀ ਭਣਕ ਜਦੋਂ ਮੇਰੀ ਤਾਇਆ ਜੀ ਦੀ ਲੜਕੀ ਨੂੰ ਪਈ, ਉਹਨੇ ਮਿੰਟ ਵੀ ਨਹੀਂ ਲਾਇਆ। ਜਦੋਂ ਉਹਨੇ ਪਿੱਛੇ ਫੋਨ ਘੁਮਾ ਕੇ ਦੱਸਿਆ ਕਿ ਤੁਹਾਡਾ ਮੁੰਡਾ ਹੱਥਾਂ 'ਚੋਂ ਨਿਕਲ ਗਿਆ ਹੈ, ਮੈਂ ਹੈਰਾਨ ਪਰੇਸ਼ਾਨ ਮੈਂ ਕੀ ਕਰਾਂ, ਕਿਉਂਕਿ ਮੈਂ ਉਸ ਟਾਈਮ ਇੰਗਲੈਂਡ ਵੀ ਨਹੀਂ ਸੀ ਜਾ ਸਕਦਾ। ਮੇਰੇ ਕੁਝ ਆਪਣੀਆਂ ਮਜਬੂਰੀਆਂ ਸਨ, ਜਿਹਦੇ ਕਰਕੇ ਮੈਨੂੰ ਇੰਡੀਆ ਦੁਬਾਰਾ ਵਾਪਸ ਜਾਣਾ ਪਿਆ। ਇੰਡੀਆ ਲੈਂਡ ਕਰਦੇ ਹੀ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਮੈਨੂੰ ਗੱਡੀ 'ਚ ਪਿਕਅਪ ਕੀਤਾ ਤੇ ਬੜੇ ਮਿੱਠੇ ਬੋਲ ਬੋਲੇ ਜਾ ਰਹੇ ਸਨ ਕਿ ਚੀਮਾ ਅਸੀਂ ਤੇਰਾ ਦੇਣ ਨਹੀਂ ਦੇ ਸਕਦੇ, ਤੂੰ ਸਾਡੀ ਕੁੜੀ ਲਈ ਇੰਨਾ ਕੁਛ ਕੀਤਾ। ਪਰ ਮੈਨੂੰ ਕੀ ਪਤਾ ਸੀ ਅੱਗੇ ਅਸਲੀਅਤ ਹੀ ਕੁਝ ਹੋਰ ਹੈ। ਜਦੋਂ ਹੀ ਮੈਂ ਘਰ ਪਹੁੰਚਿਆ, ਉਹਨਾਂ ਨੇ ਉਸੇ ਵੇਲੇ ਦਨਾਲੀ ਕੱਢ ਲਈ ਮੈਨੂੰ ਮਾਰਨ ਵਾਸਤੇ। ਤੁਸੀਂ ਇਹ ਹਿਸਾਬ ਲਾ ਹੀ ਸਕਦੇ ਹੋ ਕਿ ਇੱਕ ਗੇ ਹੋਣ ਦੇ ਬਾਵਜੂਦ ਜਦੋਂ ਮੇਰੇ ਤਾਇਆ ਤਾਈ ਜੀ ਨੂੰ ਇਸ ਰਿਲੇਸ਼ਨਸ਼ਿਪ ਬਾਰੇ ਪਤਾ ਲੱਗਾ ਤੇ ਦਨਾਲੀ ਕੱਢੀ, ਮੈਂ ਹੱਕਾ ਬੱਕਾ ਰਹਿ ਗਿਆ। ਮੈਨੂੰ ਕੁਝ ਸਮਝ ਹੀ ਨਾ ਲੱਗੇ ਕਿ ਹੁਣ ਮੈਂ ਜਿਵਾਂਗਾ ਜਾਂ ਮਰਾਂਗਾ। ਪਰ ਰੱਬ ਨੇ ਮੇਰਾ ਸਾਥ ਦਿੱਤਾ ਉਸ ਟਾਈਮ, ਤੇ ਮੇਰੇ ਦਾਦਾ ਦਾਦੀ ਜੀ ਨੇ ਮੈਨੂੰ ਬਚਾ ਲਿਆ। ਕਲੇਸ਼ ਤੇ ਬੜਾ ਹੋਇਆ, ਕਲੇਸ਼ ਦੀ ਤੇ ਕੋਈ ਲਿਮਿਟ ਹੀ ਨਹੀਂ ਸੀ ਰਹੀ, ਪਰ ਦਾਦਾ ਦਾਦੀ ਜੀ ਨੇ ਉਸ ਟਾਈਮ ਮੇਰੇ ਸਿਰ ਤੇ ਹੱਥ ਰੱਖਿਆ, ਅਲਮਾਰੀ 'ਚੋਂ ਮੇਰਾ ਪਾਸਪੋਰਟ ਕੱਢਿਆ ਤੇ ਕਹਿੰਦੇ ਜਾ ਚੀਮਾ ਆਪਣੀ ਜ਼ਿੰਦਗੀ ਜੀ ਲੈ, ਕਿਉਂਕਿ ਇੱਥੇ ਤੇਰਾ ਕੋਈ ਹਾਲ ਨਹੀਂ ਹੈਗਾ। ਇੰਗਲੈਂਡ ਆਉਣ ਤੋਂ ਪਹਿਲਾਂ ਮੈਨੂੰ ਪੰਡਤਾਂ ਕੋਲ ਵੀ ਲੈ ਕੇ ਜਾਂਦੇ ਹੁੰਦੇ ਸਨ, ਤੇ ਪੰਡਤ ਅੱਗੋਂ ਪਤਾ ਕੀ ਕਹਿੰਦੇ ਹੁੰਦੇ ਸਨ, ਬੇਟਾ ਇਹ ਤੁਸੀਂ ਨਹੀਂ, ਤੁਹਾਡੇ ਅੰਦਰ ਕਾਲਾ ਜਾਦੂ ਬੋਲ ਰਿਹਾ। ਕਦੇ ਕਿਸੇ ਬਾਬੇ ਨੇ ਝਾੜ ਫੰਡ ਕਰਨੀ, ਕਦੇ ਕੋਈ ਫਾਂਡਿਆਂ ਦੀ ਗੱਲ ਕਰਨੀ, ਕਦੇ ਕੋਈ ਟੋਟਕਾ ਦੱਸਣਾ। ਉਹ ਤੇ ਮੈਨੂੰ ਇੰਜ ਵੇਖਦੇ ਹੁੰਦੇ ਸਨ ਕਿ ਗੇ ਹੋਣਾ ਜਿਵੇਂ ਕੋਈ ਬਿਮਾਰੀ ਹੈ। ਪਰ ਉਸ ਟਾਈਮ ਦੇ ਦੌਰਾਨ ਮੈਂ ਜਦੋਂ ਆਪਣੀ ਮਾਂ ਨੂੰ ਚੇਤੇ ਕਰਦਾ ਤੇ ਮੇਰੇ ਮਨ 'ਚ ਸਿਰਫ ਇਹੀ ਇੱਕ ਸਵਾਲ ਹੁੰਦਾ ਕਿ ਮਾਂ ਜੇ ਤੂੰ ਉਸ ਟਾਈਮ ਮੇਰੇ ਨਾਲ ਹੁੰਦੀ ਤੇ ਸ਼ਾਇਦ ਮੈਨੂੰ ਇਹ ਦਿਨ ਕਦੇ ਵੇਖਣਾ ਹੀ ਨਹੀਂ ਪੈਂਦਾ। ਵਰੇ ਬੀਤ ਗਏ, ਟਾਈਮ ਬੀਤ ਗਿਆ। 2012 ਵਿੱਚ ਮੈਂ ਫਾਈਨਲੀ ਇੰਗਲੈਂਡ ਆ ਗਿਆ, ਤੇ ਇੰਗਲੈਂਡ ਆਉਂਦਿਆਂ ਸਾਰੀ ਮੇਰੀ ਜ਼ਿੰਦਗੀ ਦਾ ਸਿਰਫ ਇੱਕੋ ਹੀ ਮਕਸਦ ਬਣ ਗਿਆ ਸੀ ਕਿ ਇਕਬਾਲ ਤੂੰ ਆਪਣੀ ਮਾਂ ਨੂੰ ਲੱਭਣਾ ਹੈ ਤੇ ਤੂੰ ਆਪਣੀ ਹਾਇਰ ਸਟੱਡੀਜ਼ ਕੰਪਲੀਟ ਕਰਨੀਆਂ ਨੇ। ਪਰ ਮਾਂ ਨੂੰ ਲੱਭਣਾ ਕਿਹੜਾ ਸੌਖਾ ਕੰਮ ਸੀ, ਕਿਉਂਕਿ ਜਿਹੜਾ 24 ਸਾਲ ਦਾ ਵਿਛੋੜਾ ਜਿਹਦੇ ਵਿੱਚ ਤੁਹਾਨੂੰ ਮਾਂ ਬਾਰੇ ਕੁਝ ਪਤਾ ਹੀ ਨਹੀਂ ਸੀ, ਤੇ ਮੈਂ ਸ਼ੁਰੂਆਤ ਹੀ ਬਿਲਕੁਲ ਸ਼ੁਰੂ ਤੋਂ ਕਰਨੀ ਸੀ, ਉਹਦੇ ਵਾਸਤੇ ਮੈਂ ਕੀ ਕਰਦਾ। ਚਲੋ ਉਹ ਸਫ਼ਰ ਵੀ ਸ਼ੁਰੂ ਹੋਇਆ। ਮੇਰੇ ਪਹਿਰਾਵੇ ਤੋਂ, ਮੇਰੇ ਬੋਲਣ ਦੇ ਤਰੀਕੇ ਤੋਂ ਲੋਕਾਂ ਨੇ ਮੇਰੇ 'ਤੇ ਇੰਨੀਆਂ ਜਜਮੈਂਟਸ ਪਾਸ ਕਰਨੀਆਂ ਸ਼ੁਰੂ ਕਰਤੀਆਂ। ਕਦੇ ਮੈਂ ਕਾਉਂਸਲ ਪਤਾ ਕਰਨ ਜਾਂਦਾ, ਕਦੇ ਪੁਲਿਸ ਪਤਾ ਕਰਨ ਜਾਂਦਾ। ਮੇਰੇ ਟੈਟੂਜ਼ ਦੇਖ ਕੇ, ਮੇਰੇ ਪਹਿਰਾਵੇ ਨੂੰ ਦੇਖ ਕੇ ਲੋਕਾਂ ਨੂੰ ਤਾਂ ਆਈਡੀਆ ਹੋ ਹੀ ਜਾਂਦਾ ਸੀ ਕਿ ਮੈਂ ਗੇ ਹੈਗਾ ਵਾਂ। ਪਰ ਉੱਥੇ ਵੀ ਮੈਨੂੰ ਹਰਾਸਮੈਂਟ ਦਾ,
ਰੇਸਿਜ਼ਮ ਦਾ ਸਾਹਮਣਾ ਕਰਨਾ ਪਿਆ। ਚਲੋ ਉਹ ਟਾਈਮ ਵੀ ਗਿਆ। ਇੱਕ ਦਿਨ ਕੀ ਹੋਇਆ, ਮੈਂ ਆਪਣੇ ਬॉयਫ੍ਰੈਂਡ ਦੇ ਨਾਲ ਪਾਰਟੀ ਤੇ ਸੀ। ਮੈਂ ਪਾਰਟੀ ਤੋਂ ਵਾਪਸ ਘਰ ਆਇਆ ਤੇ ਮੈਨੂੰ ਫੇਸਬੁੱਕ ਤੇ ਇੱਕੋ ਦਾ ਮੈਸੇਜ ਆਇਆ। ਉਸ ਮੈਸੇਜ ਵਿੱਚ ਇਹ ਲਿਖਿਆ ਗਿਆ ਸੀ ਕਿ ਇਕਬਾਲ ਪੁੱਤਰ, ਮੈਂ ਤੇਰੇ ਨਾਲ ਆ। ਮੈਂ ਹੱਕਾ ਬੱਕਾ ਰਹਿ ਗਿਆ। ਮੈਨੂੰ ਤੇ ਕੁਝ ਸਮਝ ਹੀ ਨਾ ਆਵੇ ਕਿ ਇਹ ਕੌਣ ਮੈਨੂੰ ਮੈਸੇਜ ਕਰ ਰਿਹਾ। ਹੌਲੀ ਹੌਲੀ ਕਨਵਰਸੇਸ਼ਨ ਵੱਧਦੀ ਗਈ, ਸਭ ਕੁਝ ਹੁੰਦਾ ਗਿਆ। ਉਸ ਦੌਰਾਨ ਮੈਨੂੰ ਪਤਾ ਲੱਗਿਆ ਕਿ ਇਹ ਮੇਰੀ ਮਾਂ ਹੈ। ਮੇਰੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ। ਫੋਨ ਨੰਬਰ ਐਕਸਚੇਂਜ ਹੋਏ। ਮੈਂ ਮਾਂ ਦੀ ਆਵਾਜ਼ ਸੁਣ ਕੇ ਰੋ ਪਿਆ। ਉਹ ਫੀਲਿੰਗ ਮੇਰੇ ਤੋਂ ਬਿਲਕੁਲ ਕੰਟਰੋਲ ਨਹੀਂ ਹੋਈ ਤੇ ਮੈਂ 2.5 ਘੰਟੇ ਦਾ ਸਫ਼ਰ ਤੈਅ ਕਰਕੇ ਜਦੋਂ ਆਪਣੀ ਮਾਂ ਦੇ ਗਲ ਲੱਗਿਆ, ਮੈਂ ਹੰਝੂ ਹੋ ਗਿਆ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਸ ਰੱਬ ਦਾ ਸ਼ੁਕਰੀਆ ਕਿੱਦਾਂ ਕਰਾਂ। ਮੈਂ ਜਦੋਂ ਮਾਂ ਨੂੰ ਦੱਸਿਆ ਕਿ ਮਾਂ, ਮੈਂ ਇੱਕ ਗੇ ਹਾਂ, ਤੇ ਮਾਂ ਨੇ ਪਤਾ ਮੈਨੂੰ ਕੀ ਕਿਹਾ? ਪੁੱਤਰ, ਕੋਈ ਗੱਲ ਨਹੀਂ, ਇਹ ਸਭ ਰੱਬ ਦੇ ਇਨਸਾਨ ਨੇ। ਅਖੀਰ ਦੇ ਵਿੱਚ ਤੂੰ ਮੇਰਾ ਪੁੱਤਰ ਹੀ ਹੈ। ਮੈਂ ਤੈਨੂੰ ਇਸ ਗੱਲ ਤੇ ਡਿਸਕ੍ਰਿਮੀਨੇਟ ਨਹੀਂ ਕਰ ਸਕਦੀ। ਚਲੋ ਜੀ, ਜਦੋਂ ਅਸੀਂ ਟਾਊਨ ਦੇ ਵਿੱਚ ਮਿਲੇ, ਸਾਰੀ ਜਨਤਾ ਇਕੱਠੀ ਹੋਈ ਸੀ ਤੇ ਜਦੋਂ ਉਹਨਾਂ ਨੇ ਪੁੱਛਿਆ ਸਾਨੂੰ ਕਿ ਇਕਬਾਲ ਕਿ ਕੀ ਹੋ ਰਿਹਾ, ਮੈਂ ਕਿਹਾ ਮੈਂ ਆਪਣੀ ਮਾਂ ਨੂੰ 24 ਸਾਲ ਬਾਅਦ ਮਿਲਿਆ। ਤੇ ਜਦੋਂ ਮੈਂ ਆਪਣੀ ਮਾਂ ਨੂੰ ਮਿਲਿਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਆਪਣੀ ਮਾਂ ਨੂੰ 24 ਸਾਲ ਬਾਅਦ ਮਿਲਿਆ, ਤੇ ਲੋਕਾਂ ਨੇ ਉੱਥੇ ਨਾਅਰੇ ਲਾਣੇ ਸ਼ੁਰੂ ਕਰ ਦਿੱਤੇ ਕਿ ਹੈਪੀ ਮਦਰਸ ਡੇ, ਹੈਪੀ ਮਦਰਸ ਡੇ, ਕਿਉਂਕਿ ਕੁਦਰਤੀ ਉਸ ਦਿਨ ਮਦਰਸ ਡੇ ਵੀ ਹੈਗਾ ਸੀ। ਫਿਰ ਅਖੀਰ ਵਿੱਚ ਮੈਂ ਉਸ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਇਸ ਵਾਹਿਗੁਰੂ ਦਾ ਸ਼ੁਕਰ ਕਰਨ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਸਿਰਫ ਇੱਕੋ ਹੀ ਮਕਸਦ ਬਣ ਗਿਆ ਸੀ ਕਿ ਮੇਰੇ ਜਿੰਨੇ ਵੀ ਭੈਣ ਭਰਾ LGBT ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਮੈਂ ਉਹਨਾਂ ਨੂੰ ਐਡਰੈਸ ਕਰਾਂ, ਉਹਨਾਂ ਨੂੰ ਐਮਪਾਵਰ ਕਰਾਂ, ਅਵੇਅਰਨੈਸ ਫੈਲਾਵਾਂ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇੱਕ NGO ਖੋਲ੍ਹਣ ਲੱਗਾ ਜਿਸ ਦਾ ਨਾਮ ਹੈ ਹਿਊਮਨ ਸੋਲਸ, ਤੇ ਮੈਂ ਇੰਸਟਾਗ੍ਰਾਮ ਤੇ ਵੀ NGO ਕਰਕੇ ਹੈਂਡਲ ਚਲਾਉਂਦਾ ਵਾਂ। ਅਖੀਰ ਦੇ ਵਿੱਚ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ ਰੱਬ ਤੁਹਾਨੂੰ ਪਰਖਣ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਕਰੇਗਾ, ਬਹੁਤ ਸਾਰੀਆਂ ਔਕੜਾਂ ਆਉਣਗੀਆਂ, ਪਰ ਤੁਸੀਂ ਉਹ ਔਕੜ ਨੂੰ ਡਟ ਕੇ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ। ਤੁਹਾਨੂੰ ਆਪਣੇ ਆਪ ਨੂੰ ਐਕਸੈਪਟ ਕਰੋਗੇ, ਆਪਣੇ ਆਪ ਨੂੰ ਸੈਲਫ ਐਕਸੈਪਟ ਕਰੋਗੇ ਤੇ ਦੁਨੀਆ ਵੀ ਤੁਹਾਨੂੰ ਐਕਸੈਪਟ ਕਰੇਗੀ। ਇਸੇ ਨਾਲ ਮੈਂ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ, इकबाल सिंह चीमा, हैप्पी प्राइड, थैंक यू। अरे वाह, ये वीडियो पूरी देख ली, बहुत बढ़िया। दोस्तों, इस कोरोना काल में जॉब मिलना बहुत मुश्किल हो चुका है। हम में से कई ऐसे लोग होंगे जो काफ़ी समय से जॉब ढूंढ रहे होंगे, और हम में से कुछ ऐसे हैं जो इस साल या तो ग्रेजुएट होने वाले हैं या हो चुके हैं, लेकिन जॉब का कुछ अता पता नहीं। तो ऐसे में ज़रूरी है कि हम अपने रेज्यूमे से उठकर अपनी स्किल्स और अपनी काबिलियत पे जॉब पाके दिखाएं। इसीलिए जोश टॉक्स लेकर आया है जोश रिक्रूटमेंट टेस्ट, यानी कि JRT। ये भारत का पहला ऐसा टेस्ट है जो हमारी स्किल्स को टेस्ट करने के साथ साथ हमें पूरा फीडबैक प्रोवाइड करेगा, और कट ऑफ लिस्ट में आने वाले सभी कैंडिडेट्स को गारंटीड स्लॉट मिलेगा इंडिया की टॉप कंपनीज के साथ इंटरव्यू करने का। यही नहीं, टॉप स्कोरर्स जीत सकते हैं जोश स्किल्स ऐप की तरफ से 2 लाख तक के प्राइजेस। तो अब बिना किसी सरदर्दी के सिर्फ JRT के लिए प्रिपेयर करें और घर बैठे बैठे पाइए अपनी मन पसंदीदा जॉब। तो चलिए आज ही रजिस्टर करते हैं JRT के लिए और देते हैं अपने करियर को नई दिशा। और जानकारी के लिए कमेंट्स में दिए हुए लिंक पे ज़रूर क्लिक करें। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।